राम रहीम जो है, गुरमीत राम रहीम, वो एक नेक इंसान है। ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕ ਸਕਦੇ ਹੋ, ਉੱਥੇ ਜਾ ਕੇ ਨਤਮਸਤਕ ਹੋ ਸਕਦੇ ਹੋ, ਆਪਣੇ ਪਰਿਵਾਰ ਨੂੰ ਤੇ ਛੱਡ ਸਕਦੇ ਹੋ। मुझे गुरमीत राम रहीम कहीं बुलाएगा, किसी सत्संग में बुलाएगा, और ऐसी जगह मैं किसी सत्संग में उसके नहीं जाऊंगा। ਆਰਾਮ ਨਹੀਂ ਦੇ ਰਹੇ, ਤੁਸੀਂ ਪਰਿਵਾਰ ਭੇਜੋਗੇ ਆਪਣਾ। मैंने आपको क्या कहा, मैं पटना साहब गया, शीश नवा के आया। ਗੱਲ ਘੁਮਾਈ ਜਾ ਰਿਹਾ, ਮੈਂ ਪੁੱਛ ਰਿਹਾ ਪਰਿਵਾਰ ਭੇਜੋਗੇ ਆਪਣਾ ਉੱਥੇ ਕਿ ਨਹੀਂ। ਆਪਣੀ ਰਾਮ ਰਹੀਮ ਤੇ ਸ਼ੁਰੂ ਹੋਈ ਸੀ, ਰਾਮ ਰਹੀਮ ਤੇ ਮੈਂ ਖਤਮ ਕਰਨਾ ਚਾਹੁੰਦਾ। ਮੈਂ ਜੋ ਚਲੋ ਉਹ ਵੀ ਗੱਲ ਛੱਡ ਦਿੰਦਾ, ਤੁਹਾਡੀ ਇਹ ਤੁਹਾਨੂੰ ਇਹ ਵੀ ਸਵਾਲ ਨਹੀਂ ਪੁੱਛਦਾ। ਮੈਂ ਜੋ ਸਵਾਲ ਪਹਿਲਾਂ ਪੁੱਛਿਆ ਸੀ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਆਪਣਾ ਪਰਿਵਾਰ ਰਾਮ ਰਹੀਮ ਕੋਲ ਭੇਜ ਸਕਦੇ। माता सीता के ऊपर भी आरोप लगा दिए गए थे लगाने वालों ने। ਇੱਕ ਬਲਾਤਕਾਰੀ ਔਰ ਇੱਕ ਕਾਤਲ ਦੀ ਤੁਲਨਾ ਮਾਤਾ ਸੀਤਾ ਦੇ ਨਾਲ ਨਾ ਕਰੋ, ਨਾ ਚੰਗੀ ਲੱਗਦੀ। ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ। ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ। 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ। ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। ਮੁਫਤ ਦਵਾਈ ਮੁਫਤ ਇਲਾਜ ਨਿਖਰ ਰਿਹਾ ਪੰਜਾਬ। ਐਗਜ਼ਾਮਪਲ ਚੇਂਜ ਵੀ ਹੋ ਸਕਦੀ ਹੈ, ਤੁਸੀਂ ਐਗਜ਼ਾਮਪਲ ਚੇਂਜ ਕਰ ਸਕਦੇ ਹੋ। ਤੁਸੀਂ ਐਗਜ਼ਾਮਪਲ ਇਹ ਜੀ ਸੀਤਾ ਮਾਤਾ ਦੀ ਕਿਉਂ ਲੈ ਰਹੇ ਹੋ? देखिए, मैं एग्जाम्पल क्यों चेंज करूं, जो मैंने कह दिया। ਔਰ ਬੰਦੀ ਸਿੱਖ ਨੇ, ਜੇ ਆਪਾਂ ਗੱਲ ਕਰ ਲਈ ਇਹਨਾਂ ਦੀ, ਤਾਂ ਪੈਰੋਲ ਦਾ ਹੱਕ ਤਾਂ ਇਹਨਾਂ ਨੂੰ ਵੀ ਹੈ। ਜਿਹੜੇ ਰਾਮ ਰਹੀਮ ਨੂੰ ਪੈਰੋਲ 5 ਵਾਰ ਦੇ ਦਿੱਤੀ, ਕਿ ਇਹਨਾਂ ਨੂੰ ਪੈਰੋਲ ਦਾ ਹੱਕ ਨਹੀਂ ਹੈ ਕਿ ਇਹ ਬਾਹਰ ਨਹੀਂ ਆਣੇ ਚਾਹੀਦੇ? ਇਹ ਵੀ ਤੁਹਾਡੀ ਪਰਸੈਪਸ਼ਨ ਹੈ। ਤੁਸੀਂ ਅੱਤਵਾਦੀ ਕਹਿ ਰਹੇ ਹੋ। ਪੰਜਾਬ 'ਚ ਉਹਨਾਂ ਨੂੰ ਹੀ ਯੋਧੇ ਕਿਹਾ ਜਾਂਦਾ ਹੈ, ਪੰਜਾਬ 'ਚ ਉਹਨਾਂ ਨੂੰ ਹੀ ਉਹ ਲੋਕ ਜੋ ਹੈ ਉਹ ਰਿਸਪੈਕਟ ਦਿੰਦੇ ਨੇ। वो कौन लोग हैं? वो लोग हैं मुट्ठी भर लोग, वो लोग हैं खालिस्तान नहीं, वो लोग हैं ISI के लोग। ਉਹਨਾਂ ਨੂੰ ਹੱਕ ਹੈ ਨਾ, ਸੁਪਰੀਮ ਕੋਰਟ ਨੇ ਦਿੱਤਾ ਹੋਇਆ ਖਾਲਿਸਤਾਨ ਦੀ ਜੇ ਮੰਗ ਹੈਗੀ ਹੈ, ਕੋਈ ਗਲਤ ਤਾਂ ਨਹੀਂ ਨਾ, ਹੱਕ ਤਾਂ ਹੈ ਨਾ ਉਹਨਾਂ ਨੂੰ, ਉਹ ਕਰ ਸਕਦੇ ਨੇ। ਉਹ खुलेआम आए ना, तिरंगे के खिलाफ खुलेआम आए, शहीदों के खिलाफ खुलेआम आए। ਕੀ ਤੁਸੀਂ ਇਹ ਕਹਿ ਰਹੇ ਹੋ ਕਿ ਖੁੱਲੇ ਆਮਾਨ ਜਿਵੇਂ ਵੀ ਉਹ ਕਰ ਰਹੇ ਨੇ, ਭਾਵੇਂ ਪੀਸਫੁਲੀ ਕਰ ਰਹੇ ਨੇ, ਜਿਸ ਮਰਜ਼ੀ ਤਰੀਕੇ ਨਾਲ ਕਰ ਰਹੇ ਨੇ, ਉਹਨੂੰ ਕਰ ਲੈਣ ਦਿਓ। ਜੇ ਉਹਨਾਂ ਦੀ ਮਰਜ਼ੀ ਹੈ, ਜੇ ਉਹ ਖਾਲਿਸਤਾਨ ਦੀ ਮੰਗ ਕਰਦੇ ਉਹਨਾਂ ਨੂੰ ਉਹ ਕਰ ਲੈਣ ਦਿਓ, ਸੈਪਰੇਟ ਗੱਲ ਹੈ। ਦੋਹਰੇ ਮਾਪਦੰਡ ਕਿਉਂ? ਜੇ ਇੱਕ ਪਾਸੇ ਬਲਾਤਕਾਰ ਕਾਤਲ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਫਿਰ ਦਿੱਤੀ ਜਾ ਰਹੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਲੀਆਂ ਔਰ ਜਿਹੜੇ ਕਦੀ ਪੈਰੋਲ ਦੇ ਉੱਤੇ ਬਾਹਰ ਵੀ राम रहीम ने एक चीफ मिनिस्टर कॉन्स्टिट्यूशनल पोस्ट होल्ड करने वाले मुख्यमंत्री की हत्या नहीं की। संत गुरमीत राम रहीम, ਕੁੜੀਆਂ ਦਾ ਬਲਾਤਕਾਰ ਵੀ ਉਨਾ ਹੀ ਬਰਾਬਰ ਹੁੰਦਾ ਹੈ ਜੀ। गलत जजमेंटें दी जाती हैं, वही बदलती हैं हाई कोर्ट में और सुप्रीम कोर्ट में कि नहीं। ਕਿਵੇਂ ਬਦਲਦੀ ਉਹ ਵੀ ਤੁਹਾਨੂੰ ਪਤਾ ਨਾ, ਪਿੱਛੇ ਪੋਲੀਟੀਕਲ ਪ੍ਰੈਸ਼ਰ ਹੋਵੇ ਕਿਵੇਂ ਬਦਲ ਜਾਂਦੀ ਹੈ ਰਾਤੋਂ ਰਾਤ ਇੱਥੇ ਅਦਾਲਤਾਂ ਖੁੱਲ ਜਾਂਦੀਆਂ ਮਹਾਰਾਜ। ਸਿਰਫ ਰਾਮ ਰਹੀਮ ਦੇ ਉੱਤੇ ਹੀ ਜਾ ਕੇ ਤੁਹਾਡੀਆਂ ਨਿਗਾਹਾਂ ਕਿਉਂ ਟਿਕੀਆਂ ਨੇ? ਫਿਰ ਤਾਂ ਤੁਸੀਂ ਕੱਲ ਨੂੰ ਕਹੋਗੇ ਰਾਮਪਾਲ ਨੂੰ ਵੀ ਤੁਸੀਂ ਭਾਰਤ ਰਤਨ ਦੇ ਦਿਓ, ਆਸਾਰਾਮ ਨੂੰ ਵੀ ਭਾਰਤ ਰਤਨ ਦੇ ਦਿਓ, ਤਾਂ ਤੁਸੀਂ ਤਾਂ ਐਵੇਂ ਸਾਰੇ ਜਿਹੜੇ ਕ੍ਰਿਮੀਨਲਸ ਨੇ ਇਸ ਵੇਲੇ ਸਜ਼ਾਵਾਂ ਕੱਟ ਰਹੇ ਨੇ, ਤੁਸੀਂ ਸਾਰਿਆਂ ਨੂੰ ਭਾਰਤ ਰਤਨ ਦਵਾ ਦਿਓ। और वेश्याओं को अपने जो है बेटी बना के विदा कर रहे हैं। कोई ये जो ਪਿੱਛੇ ਕੰਮ ਹੋ ਰਹੇ ਨੇ ਉਹਨਾਂ ਦੇ ਬਾਰੇ ਵੀ ਬੋਲੋ ਨਾ। ਫਿਰ ਜਿਹੜੇ ਪਰਦੇ ਦੇ ਪਿੱਛੇ ਕੰਮ ਹੋਏ, ਇਹ ਸਾਰੀਆਂ ਚੀਜ਼ਾਂ ਅਸੀਂ ਮੰਨ ਲੈਂਦੇ ਆ ਕਿ ਕੀਤਾ, ਰਾਮ ਰਹੀਮ ਨੇ ਸਾਰਾ ਕੁਝ ਕਰ ਦਿੱਤਾ, ਪਰ ਜਿਹੜੀ ਪਰਦੇ ਦੇ ਪਿੱਛੇ ਚੀਜ਼ਾਂ ਹੋਈਆਂ, ਜੋ ਇਲਜ਼ਾਮ ਲੱਗੇ, ਜੋ ਜਜਮੈਂਟ ਆਈ, ਉਹਦੇ ਬਾਰੇ ਕੀ ਕੀ ਇਹ ਸਟੇਟਮੈਂਟ ਠੀਕ ਹੈ? ਹਿੰਦੂ ਰਾਸ਼ਟਰ ਬਣਾਉਣ ਵਾਲੀ ਅੰਮ੍ਰਿਤਪਾਲ ਹੋਣੀ ਤੇ ਖਾਲਿਸਤਾਨ ਦੀ ਮੰਗ ਕਰਦੇ ਵੀ ਕਿ ਥਾਮਸ ਖਾਲਸੇ ਦੀ ਗੱਲ ਕਰਦੇ ਆ, ਉਹ ਗਲਤ ਹੈ। ਜੇ ਬਗੇਸ਼ਵਰ ਧਾਮ ਵਾਲਾ धीरेन्द्र तिवारी शास्त्री ਜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰੇ ਕਿ ਇਹ ਠੀਕ ਹੈ? नहीं, हिंदुस्तान हिंदू राष्ट्र तो है। जो हिंदू और सिख हैं वो तो कुछ कट्टरपंथियों ने उनको सिख बना दिया। ਚੀਜ਼ਾਂ ਸਾਹਮਣੇ ਆਈਆਂ, ਗੁਫਾਵਾਂ ਦੇ ਵਿੱਚ ਕੀ ਹੁੰਦਾ ਸੀ, ਜੋ ਸਾਰੀ ਕੈਮਰੇ ਦੇ ਵਿੱਚ ਚੀਜ਼ਾਂ ਕੈਦ ਵੀ ਹੋਈਆਂ ਨੇ। ਤੁਹਾਨੂੰ ਲੱਗਦਾ ਕਿ ਰਾਮ ਰਹੀਮ ਠੀਕ ਸੀ? सच्चे आदमी को, एक सच्चे आदमी के खिलाफ साजिश रची जा रही है। ਤੁਸੀਂ ਪਬਲਿਸਿਟੀ ਲੈਣ ਦੇ ਚੱਕਰਾਂ ਦੇ ਵਿੱਚ ਹੁਣ ਤੁਸੀਂ ਰਾਮ ਰਹੀਮ ਦੇ ਬਿਆਨਬਾਜ਼ੀਆਂ ਕਰਕੇ ਤੁਸੀਂ ਇਹ ਪਬਲਿਸਿਟੀ ਖੱਟ ਰਹੇ ਹੋ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕੰਮ ਸਰਕਾਰਾਂ ਦੇ ਨੇ ਉਹ ਤੁਸੀਂ ਬਾਬੇ ਦੇ ਮਦਦ ਲਓਗੇ? लोगों ने एक प्रोडिक्शन बना ली, वो रेपिस्ट है, वो उसने कत्ल किया हुआ है, तो वो मामले हाई कोर्ट में सब ਨਹੀਂ, ਇਹ ਜਜਮੈਂਟ ਹੈ। ਇਹ ਪ੍ਰੈਡਿਕਸ਼ਨ ਤਾਂ ਬਣਦੀ ਹੁੰਦੀ ਹੈ ਜੇ ਹਵਾ 'ਚ ਗੱਲਾਂ ਹੋਣ, ਜਾਂ ਜਜਮੈਂਟ ਆ ਜੇ ਤਾਂ ਉਹ ਚੀਜ਼ਾਂ ਫਿਰ ਲੋਕਾਂ ਨੂੰ ਮੰਨਣੀ ਪੈਂਦੀ ਹੈ, ਅੰਟਿਲ ਅਨਲੈਸ ਜੋ ਹਾਈ ਕੋਰਟ ਤੋਂ ਖਾਰਜ ਨਾ ਹੋ। ਬਲਾਤਕਾਰ ਔਰ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ 5ਵੀਂ ਵਾਰ ਪੈਰੋਲ ਦੇ ਉੱਤੇ ਬਾਹਰ ਹੈ ਔਰ
ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਜਿੱਥੇ ਮੁੱਦਾ ਬੰਦੀ ਸਿੰਘਾਂ ਦਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਸਵਾਲ ਇਹ ਖੜੇ ਹੋ ਰਹੇ ਨੇ ਕਿ ਬਲਾਤਕਾਰ ਔਰ ਕਤਲ ਦੇ ਦੋਸ਼ੀ ਨੂੰ ਤਾਂ 5ਵੀਂ ਵਾਰ ਪੈਰੋਲ ਦੇ ਦਿੱਤੀ ਗਈ ਹੈ, ਪਰ ਬੰਦੀ ਸਿੰਘਾਂ ਨੂੰ ਹੁਣ ਤੱਕ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ। ਉੱਥੇ ਹੀ ਗੱਲ ਕਰੀਏ ਐਂਟੀ ਟੈਰਰਿਸਟ ਫਰੰਟ ਇੰਡੀਆ ਦੀ, ਤਾਂ ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਵਿਰੇਸ਼ ਸ਼ੰਡਾਲੀਆ ਹੋਣੀ ਕਹਿੰਦੇ ਨੇ ਕਿ ਰਾਮ ਰਹੀਮ ਨੂੰ ਭਾਰਤ ਰਤਨ ਅਵਾਰਡ ਦੇਣਾ ਚਾਹੀਦਾ ਹੈ। ਵਿਰੇਸ਼ ਸ਼ੰਡਾਲੀਆ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਕਿ ਤੁਸੀਂ ਕਾਨੂੰਨ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ। पहले तो मैं आपके सभी प्रो पंजाब के दर्शकों को मेरा नमस्कार। देखो, मैं खुद लॉ पढ़ा हुआ हूँ, तो मैं कानून में विश्वास क्यों नहीं रखूँगा। मैं देश के कानून में और देश के संविधान में 100% विश्वास रखता हूँ। ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਪ੍ਰੈਕਟਿਸ ਕਰ ਰਹੇ ਹੋ, ਦਿੱਲੀ ਸੁਪਰੀਮ ਕੋਰਟ ਦੇ ਵੀ ਪ੍ਰੈਕਟਿਸ ਕਰ ਰਹੇ ਹੋ। मैं दोनों स्टेटों में बार का मेंबर हूँ। हाँ, मेरी इनरोलमेंट दिल्ली हाई कोर्ट में है। ਰਾਮ ਰਹੀਮ ਨੂੰ ਜਿਹੜੀ ਸਜ਼ਾ ਹੋਈ ਹੈ, ਕੀ ਤੁਸੀਂ ਇਸ ਨੂੰ ਠੀਕ ਮੰਨਦੇ ਹੋ? देखिए, राम रहीम को जो सज़ा हुई है वो सेशन कोर्ट ने पंचकूला में 2017 में अपना फैसला सुना दिया है, और 2017 से राम रहीम जेल की सलाखों के पीछे हैं। लेकिन जो फैसले होते हैं इसको कहते हैं जजमेंट। वो जज की जजमेंट है कि फाइल के ऊपर क्या है, और उस फाइल के ऊपर जो एविडेंस है उसके मुताबिक उसको सज़ा प्रोनाउंस कर दी। और जो हमारे हाई कोर्ट और सुप्रीम कोर्ट में जो हमारे पास अपीलेट अथॉरिटीज़ हैं, हमें अधिकार है अपीलेट अथॉरिटी में जाके अपनी अपील बताने का कि हम इनोसेंट हैं, हमारे साथ ग्रेट इनजस्टिस हुआ है, मेरे साथ ये मामला जो मुझे कन्विक्शन हुई है गलत हुई है, इसको टर्मिनेट सस्पेंड किया जाए मेरी कन्विक्शन को, तो दिस एंड दैट। तो सबसे इम्पॉर्टेंट इशू ये है कि जो मैंने इसको गॉन थ्रू किया है जजमेंट को, इस जजमेंट में कुछ भी जब कुछ हवा में है, कोई भी एविडेंस ऐसी नहीं है जो संत गुरमीत राम रहीम को दोषी बनाती हो। लेकिन क्योंकि जजमेंट जज ने दे दी अपनी, और जज को अधिकार है जजमेंट देने का, उसके ऊपर हाई कोर्ट कब निर्णय लेगा, कब दूध का दूध पानी का पानी करेगा, उसके ऊपर उस टाइम चर्चा की जा सकती है। आज की डेट में मैं संत गुरमीत राम रहीम को दोषी नहीं मानता। ਤੁਸੀਂ ਦੋਸ਼ੀ ਨਹੀਂ ਮੰਨਦੇ, ਪਰ ਅੱਜ ਦੀ ਡੇਟ ਦੇ ਵਿੱਚ ਅਕੋਰਡਿੰਗ ਟੂ ਦਾ ਲਾਅ, ਅਕੋਰਡਿੰਗ ਟੂ ਦਾ ਜਜਮੈਂਟ, ਰਾਮ ਰਹੀਮ ਬਲਾਤਕਾਰੀ ਹੈ, ਰਾਮ ਰਹੀਮ ਕਾਤਲ ਹੈ। ਤੁਸੀਂ ਉਸ ਕਾਤਲ ਨੂੰ, ਉਸ ਬਲਾਤਕਾਰੀ ਨੂੰ ਕਹਿੰਦੇ ਹੋ ਕਿ ਭਾਰਤ ਰਤਨ ਦੇਣਾ ਚਾਹੀਦਾ ਹੈ। ਅਜਿਹਾ ਕੀ ਕਰ ਦਿੱਤਾ, ਅਜਿਹੀ ਕਿਹੜੀ ਜੰਗ ਲੜ ਲਈ, ਅਜਿਹੇ ਕਿਹੜੇ ਤੀਰ ਮਾਰ ਲਏ ਕਿ ਭਾਰਤ ਰਤਨ ਦੇਣਾ ਚਾਹੀਦਾ? ਦੇਖੋ ਜੀ, ਪ੍ਰੋ ਪੰਜਾਬ ਦੇ तमाम ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੀ कि माता सीता के ऊपर भी आरोप लगा दिए गए थे लगाने वालों ने। ये जो समाज है, ये जो संसार है, किसी को बख्शता नहीं है। ਕਰਨਾ ਮੈਂ ਟੋਕ ਰਿਹਾ, ਤੁਸੀਂ ਵੱਡੀ ਗੱਲ ਕਹਿ ਰਹੇ ਹੋ। ਤੁਸੀਂ ਇੱਕ ਬਲਾਤਕਾਰੀ ਔਰ ਇੱਕ ਕਾਤਲ ਦੀ ਤੁਲਨਾ ਮਾਤਾ ਸੀਤਾ ਦੇ ਨਾਲ ਨਾ ਕਰੋ, ਨਾ ਚੰਗੀ ਲੱਗਦੀ ਹੈ। नहीं 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 नहीं, मैं सनातनी हूँ। जितना जिस बात का मुझे ज्ञान है मैं वही दलील दूंगा। मैंने आपको क्या कहा कि इस देश में, इस संसार में जब माता सीता के ऊपर आरोप लगा दिया, तो मैं या सरसा वाला बाबा या दूसरे तीसरे आदमी की क्या हैसियत और औकात है? ਗੁਰੂ ਮਹਾਰਾਜ ਨੇ ਉਹ ਤਾਂ ਪ੍ਰਮਾਤਮਾ ਨੇ, ਉਹ ਤਾਂ ਮਾਤਾ ਨੇ, ਉਹਨਾਂ ਦੀ ਤੁਲਨਾ ਤੁਹਾਨੂੰ ਲੱਗਦਾ ਹੈ ਕਿ ਇੱਕ ਬਲਾਤਕਾਰੀ ਦੇ ਨਾਲ ਕਰਨੀ ਸਹੀ ਹੈ? नहीं नहीं, मैंने क्या कहा आपको, मैं तो ਐਗਜ਼ਾਮਪਲ ਚੇਂਜ ਵੀ ਹੋ ਸਕਦੀ ਹੈ, ਤੁਸੀਂ ਐਗਜ਼ਾਮਪਲ ਚੇਂਜ ਕਰ ਸਕਦੇ ਹੋ। ਤੁਸੀਂ ਐਗਜ਼ਾਮਪਲ ਇਹ ਜੀ ਸੀਤਾ ਮਾਤਾ ਦੀ ਕਿਉਂ ਲੈ ਰਹੇ ਹੋ? देखिए, मैं एग्जाम्पल क्यों चेंज करूं? जो मैंने कह दिया। जो बात है, मैंने आपको क्या कहा, प्रो पंजाब इसको किस उसमें ले रहा है, अदरवाइज ਨਹੀਂ ਲੈ ਰਿਹਾ। ਤੁਹਾਡੀ ਗੱਲਾਂ ਸਾਫ਼ ਸਪਸ਼ਟ ਨੇ। ਤੁਸੀਂ ਕਹਿ ਰਹੇ ਹੋ ਕਿ ਕਹਿਣ ਵਾਲਿਆਂ ਨੇ ਤਾਂ ਸੀਤਾ ਮਾਤਾ ਦੇ ਉੱਤੇ ਵੀ ਆਰੋਪ ਲਾ ਦਿੱਤੇ। ਸੀਤਾ ਮਾਤਾ ਇੱਕ ਅਜਿਹੀ ਇੱਕ ਵੱਡੀ ਸ਼ਖਸੀਅਤ ਜਿਨ੍ਹਾਂ ਦੀ ਤੁਲਨਾ ਤੁਸੀਂ ਇੱਕ ਬਲਾਤਕਾਰੀ ਦੀ ਐਗਜ਼ਾਮਪਲ ਨਾਲ ਕਰ ਰਹੇ ਹੋ। देखो, जो हम पढ़ते हैं ना, जो हम पढ़ते हैं, जो हम देखते हैं, वही हम सीखते हैं। जो मैंने पढ़ा है, जो हमने देखा है। अब गुरु रविदास जी ने कहा है, मन चंगा तो कठौती में गंगा। उनका कहने का मतलब है, कठौती कहते हैं चमड़े की, उसमें जो मोची के पास होती है, उसका जो पानी है वही गंगा है। आपको गंगा में जाने की जरूरत ही नहीं है, आपको स्नान करने की जरूरत ही नहीं है। ये रविदास जी कह रहे हैं, जिनकी वाणी का जिक्र ग्रंथ साहब में भी है। तो मैंने क्या कहा, मेरा विजन और मैंने क्या कहा वो समझो। मैंने कहा है कि इस दुनिया में माता सीता को नहीं बख्शा, तो राम रहीम की हैसियत क्या है, या वीरेश शंडीलिया की हैसियत क्या है? तो कोई हैसियत नहीं है। ਜੀ ਸਟੇਟਮੈਂਟ ਅਵੋਇਡ ਵੀ ਕੀਤੀਆਂ ਜਾ ਸਕਦੀਆਂ। ਕਿਉਂ ਤੁਲਨਾ ਮਾਤਾ ਸੀਤਾ ਦੀ ਤੁਸੀਂ ਰਾਮ ਰਹੀਮ ਨਾਲ ਕਰ ਰਹੇ ਹੋ? ਕੋਈ ਹੋਰ ਐਗਜ਼ਾਮਪਲ ਦੇ ਦਿਓ। ਕੋਈ ਹੋਰ ਐਗਜ਼ਾਮਪਲਾਂ ਖਤਮ ਹੋ ਗਿਆ ਤੁਹਾਡੇ ਕੋਲ? ਤੁਸੀਂ ਤਾਂ ਆਪ ਵਕੀਲ ਹੋ, ਤੁਹਾਡੇ ਕੋਲ ਇੰਨੇ ਫੈਕਟਸ ਹੋਣਗੇ, ਇੰਨੀਆਂ ਚੀਜ਼ਾਂ ਹੋਣਗੇ, ਤੁਸੀਂ ਐਗਜ਼ਾਮਪਲ ਕੋਈ ਹੋਰ ਦੇ ਦਿਓ। नहीं नहीं, मेरी बात सुनिए जी। अब विभीषण था। आम तौर पे कहते हैं कि घर में किसी का नाम विभीषण नहीं रखते, ठीक है भाई, ये तो विभीषण था, इसने तो घर का भेदी है। घर का भेदी लंका टाए, मतलब विभीषण को घर का भेदी कहा है। जिसको भगवान राम ने अपने गले लगाया, जिसको भगवान राम ने अपना दोस्त बनाया,
जिसको राम भगवान ने लंका का राज दिया, वो विभीषण भला किसी के लिए पवित्र कैसे, हिंदू समाज के लिए पवित्र कैसे हो सकता है, सनातन के लिए पवित्र, लेकिन उसका नाम कोई भी नहीं घर में, आपने किसी बच्चे का नाम विभीषण सुना? तो मैं विभीषण को बुरा नहीं मानता, विभीषण कोई बुरा नहीं था। विभीषण ने अपने भाई को सलाह दी कि तू गलत पथ पे ना चल, गलत मार्ग पे ना चल, उसको उसकी सजा मिली, घर से निकाल दिया। तो ऐसे ही जिस चीज़ की जो चीज़ हमने पढ़ी है उसी चीज़ की दलील दी जा सकती है कि वीरेश शांडिल्य या दूसरे लोग या मैं, अब मेरी तो औकात क्या है? अब देश का जो सबसे बड़ा आज की डेट में सबसे ताकतवर मंत्री है अमित शाह, वो जेल में रह लिए कि सीबीआई की जांच, उससे बड़े जो है उससे मनमोहन सिंह की सरकार में चिदम्बरम साहब होम मिनिस्टर हैं, वो जेल में रह लिए। तो जेल में रहना, आरोप लगना, ये हम जब दलील देते हैं अपने ਆਰੋਪ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਕੋਈ ਕਰਪਸ਼ਨ ਦੇ ਆਰੋਪ ਹੁੰਦੇ ਨੇ, ਪਰ ਜਿੱਥੇ ਬਲਾਤਕਾਰ ਦੇ ਦੋਸ਼ ਹੋਣ, ਜਿੱਥੇ ਮਰਡਰ ਦੇ ਦੋਸ਼ ਹੋਣ, ਉਹ ਅਲੱਗ ਚੀਜ਼ਾਂ ਹੋ ਜਾਂਦੀਆਂ ਨੇ। ਤੁਸੀਂ ਅਲੱਗ-ਅਲੱਗ ਕੇਸਿਸ ਨੂੰ ਇਕੱਠੇ ਕੰਪਾਈਲ ਨਹੀਂ ਕਰ ਸਕਦੇ ਔਰ ਉਹਨਾਂ ਦੀ ਐਗਜ਼ਾਮਪਲ ਨੂੰ ਨਾਲ ਜਸਟੀਫਾਈ ਨਹੀਂ ਕਰ ਸਕਦੇ। ਰਾਮ ਰਹੀਮ ਦੇ ਉੱਤੇ ਬਲਾਤਕਾਰ ਦੇ ਦੋਸ਼ ਨੇ ਔਰ ਇਹ ਦੋਸ਼ ਜਿਸ ਤਰੀਕੇ ਦੇ ਨਾਲ ਸਾਹਮਣੇ ਵੀ ਆਏ, ਜਿਸ ਤਰੀਕੇ ਨਾਲ ਫਿਰ ਬਾਅਦ ਚ ਦਲੀਲਾਂ ਦਿੱਤੀਆਂ ਗਈਆਂ, ਚੀਜ਼ਾਂ ਸਾਹਮਣੇ ਆਈਆਂ, ਗੁਫਾਵਾਂ ਦੇ ਵਿੱਚ ਕੀ ਹੁੰਦਾ ਸੀ, ਜੋ ਸਾਰੀ ਕੈਮਰੇ ਦੇ ਵਿੱਚ ਚੀਜ਼ਾਂ ਕੈਦ ਵੀ ਹੋਈਆਂ ਨੇ। ਤੁਹਾਨੂੰ ਲੱਗਦਾ ਕਿ ਰਾਮ ਰਹੀਮ ਠੀਕ ਸੀ? ਫਿਰ जो चीज़ें कैमरे पे आई हैं बाबा जी की गुफा, देखिए पहले तो मैं आपके प्रो पंजाब के दर्शकों को एक बात बता दूं कि मुझे 32 साल का पॉलिटिकल कैरियर है मेरा। मैं चौधरी भजन लाल जी के साथ 1992 में 93 में मैंने पॉलिटिकल कैरियर शुरू किया था। 89 में मैं NSUI में आ गया था। तो मैं आज तक 89 से आज तक बाबा जी को नहीं मिला, कभी जीवन में नहीं मिला। लेकिन जब उनको ये उनके ऊपर साध्वियों के आरोप लगे और मैंने जो पढ़ा तो मुझे इस तरह लगा कि एक सच्चे आदमी के खिलाफ साजिश रची जा रही है। जो व्यक्ति, सरकार ने, मोदी सरकार का नारा है बेटी बचाओ, बेटी पढ़ाओ, बेटी अपनाओ, कौन सी बेटियां अपनाई जा रही हैं? हम हर उस पे नवरात्रों में कहते हैं कि लड़कियों की जो फीस जो है, जो लड़कियां पैदा होती हैं उनको ਬੇਟੀ ਬਚਾਓ बेटी पढ़ाओ ਦੇ उल्टी ਕੀਤਾ ਸਭ। ਇਹਨਾਂ ਨੇ ਤਾਂ ਰੇਪ ਹੀ ਕਰ ਦਿੱਤੇ, ਰੇਪ ਦੇ ਇਲਜ਼ਾਮ ਲੱਗ ਗਏ। लेट मी कंप्लीट। हमने हर त्योहारों पे हम कहते हैं जब नवरात्रे होते हैं कि लड़कियों की शिक्षा मुफ्त कर दी जाए, सरकार पढ़ाए, राज्य सरकारें पढ़ाए, भ्रूण हत्या बंद हो जाएगी। तो हमारी किसी ने नहीं सुनी। तो संत गुरमीत राम रहीम ने वैश्याओं को अपनाया, जिनको हमारा समाज काल कर कहता है, दुत्कारता है। उन वैश्याओं को बेटी बना के, अपनी धी बना के, अपने घर से विवाह करके उनको विदा किया। मैं समझता हूँ कि इससे बड़ा भारत रत्न देने वाला डिजर्व है ही नहीं। हमारी बॉर्डरों पे हमारी सेनाएं खड़ के रात को हम सोते हैं, वो जागते हैं, हमारी रक्षा करते हैं। ਤੁਹਾਡਾ ਪਰਸਪੈਕਟਿਵ ਹੈ ਨਾ, ਇਹ ਤੁਹਾਡਾ ਪਰਸਪੈਕਟਿਵ ਹੈ। ਇਹਦੇ ਪਿੱਛੇ ਜਿਹੜੇ ਲੋਕਾਂ ਦੇ ਮੈਂ ਉਹ ਨਾਲ ਤੁਹਾਨੂੰ ਵੀ ਦੱਸ ਦੇਣਾ, ਇਹ ਤੁਹਾਡਾ ਪਰਸਪੈਕਟਿਵ ਹੈ। ਤੁਹਾਨੂੰ ਇਹ ਚੀਜ਼ਾਂ ਤੁਸੀਂ ਕਹਿ ਰਹੇ ਹੋ ਕੀਤੀਆਂ ਨੇ, ਪਰ ਦੂਸਰੇ ਪਾਸੇ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਹੀ ਕਈ ਮਹਿਲਾਵਾਂ ਦੇ ਘਰ ਵਾਲਿਆਂ ਤੇ ਉਹਨਾਂ ਨੇ ਕਾਸਟ੍ਰੇਸ਼ਨ ਕਰਾਤੀ, ਨਿਪੁੰਸਕ ਬਣਾ ਦਿੱਤਾ, ਉਹ ਚੀਜ਼ਾਂ ਫਿਰ ਕਿੱਥੇ? कहाँ है वेयर इज जजमेंट? कहाँ है वो जो नपुंसक बढ़ाने के केस है? कहाँ है वो फैसले? कहाँ है वो जजमेंट है? ਚੀਜ਼ਾਂ ਹੈ ਤਾਂ ਹੈ ਨਾ, ਲੋਕ ਤਾਂ ਇਲਜ਼ਾਮ ਲੱਗਦੇ ਨਾ, ਲੋਕਾਂ ਨੇ ਤਾਂ ਇਲਜ਼ਾਮ ਲਗਾਏ ਨਾ। फिर आप कहोगे आपने जो है फिर माता सीता का उदाहरण दे दिया। आरोप लगाने, ਮਰਡਰ ਦੀ ਤਾਂ ਜਜਮੈਂਟ ਹੈਗੀ ਹੈ ਨਾ, ਜਿਹੜਾ ਛਤਰਪਤੀ ਦਾ ਪੱਤਰਕਾਰ ਦਾ ਮਰਡਰ ਹੋਇਆ, ਉਹ ਕੀ ਸਹੀ ਹੈ? ਫਿਰ ਉਹ ਕੀ ਨਹੀਂ ਕਰਵਾਇਆ ਗਿਆ? देखो जी, अभी संत गुरमीत राम रहीम के पास दो अदालतें हैं, हाई कोर्ट और सुप्रीम कोर्ट। आप मेरा प्रो पंजाब की तरफ से मेरा इंटरव्यू कर रहे हैं, मेरे से बातचीत कर रहे हैं, आप यू आर वेरी इंटेलिजेंट। आप एक बात का, मैं आपसे एक सवाल मैं जानना चाहता हूँ कि क्या सेशन कोर्ट के फैसले आज तक हाई कोर्ट में नहीं बदले? क्या सेशन ने जिसको गिल्टी दे दिया और कन्विक्शन होल्ड कर दी, क्या वो कन्विक्शन जो है हाई कोर्ट में रिवर्ट नहीं हुई? ਫਿਰ ਕਿਉਂ ਨਹੀਂ ਕੀਤੀ, ਕਿਉਂ ਨਹੀਂ ਫਾਈਲ ਹੋਈ? ਜੇ ਇੰਨੇ ਹੀ ਸਾਫ਼ ਸੁਥਰੇ ਸੀ, ਇੰਨੇ ਹੀ ਸੱਚੇ ਸੀ, ਵੈਰੀ ਨੈਕਸਟ ਡੇ ਉਹ ਕਰ ਦਿੰਦੇ ਫਾਈਲ। Yes, आपको पता ही नहीं ना, आपको अभी पता नहीं। अभी जब आप अवेयर ही नहीं है किसी चीज़ को, आप पूरा होमवर्क करो। ਮੈਂ ਹੋਮਵਰਕ ਕੀਤਾ, ਤੁਸੀਂ ਇਹ ਦੱਸੋ ਕਿ ਜੇ ਉਹਨੇ ਸੱਚੇ ਸੀਗੇ, ਉਹਨਾਂ ਨੇ ਕੀ ਹਾਈ ਕੋਰਟ ਤੋਂ ਰਾਹਤ ਕਿਉਂ ਨਹੀਂ ਮਿਲੀ ਉਹਨਾਂ ਨੂੰ? माई डियर, राहत देने का काम माई लॉर्ड का है, जस्टिस साहब का है, जज साहब का है, मेरा नहीं है। उन्होंने इन दी टाइम, जो उनको टाइम होता है 90 दिन का, उस टाइम में उन्होंने पेरोल अपील दायर कर दी। अब वो उसको जज कब सुनते हैं? उसको जज कब सुनते हैं? तो जजों ने देखना है ना। हम तो बाहर बैठ के अपनी बात कर सकते हैं, जजों ने, उन्होंने इन टाइम अपनी अपील दायर कर दी। उसके ऊपर जब फैसला आएगा उसके ऊपर तब हम तरक कर लेंगे। लेकिन आज की डेट के अंदर मैंने आपको बताया, संत गुरमीत राम रहीम को मैंने सोच समझ के, मेरा 32 साल का एक लंबा चौड़ा कैरियर है, उस कैरियर में मैंने बड़े नज़दीक से सारे सिस्टम को देखा है।
मैंने नज़दीक से अप एंड डाउन्स देखे हैं, मैंने नज़दीक से अच्छे और बुरे को देखा है, मैंने नज़दीक से हरे जख्म और सूखे हुए जख्म देखे हैं। ਲੋਕ ਇਹੀ ਕਹਿੰਦੇ ਨੇ, ਕਹਿੰਦੇ ਕਿ ਤੁਸੀਂ ਪਬਲਿਸਿਟੀ ਲੈਣ ਦੇ ਚੱਕਰਾਂ ਦੇ ਵਿੱਚ ਹੁਣ ਤੁਸੀਂ ਰਾਮ ਰਹੀਮ ਦੇ ਬਿਆਨਬਾਜ਼ੀਆਂ ਕਰਕੇ ਤੁਸੀਂ ਇਹ ਪਬਲਿਸਿਟੀ ਖੱਟ ਰਹੇ ਹੋ ਕਿ ਹੁਣ ਲੜ ਉਹਨਾਂ ਦਾ ਫੜ ਲਿੱਤਾ ਜਾਵੇ ਔਰ ਇਹ ਵਾਹਵਾਹੀ ਜਿਹੜੀ ਹੈਗੀ ਹੈ ਉਹ ਰਾਮ ਰਹੀਮ ਦੇ ਜ਼ਰੀਏ ਮਿਲ ਜੂਗੀ। आप राम रहीम को जाके ये पूछ लो, कभी आपको वीरेश शांडिल्य 89 से आज 2023 शुरू हो गया, कभी उनके डेरे में या किसी उनके सत्संग में या किसी उनके नामदान लेने वाले उसमें आया? ਉਹ ਵਾਰ ਤਾਂ ਵੀਡੀਓ ਕਾਲ ਕਰ ਲਈ ਨਾ ਤੁਸੀਂ ਉਹਨਾਂ ਦੇ ਨਾਲ। ਇੱਕ ਵਾਰ ਪੰਜਾਬ ਦੇ ਵਿੱਚ ਕਿਸੇ ਡੇਰੇ 'ਚ ਗਏ ਸੀਗੇ, ਇੱਕ ਵਾਰ ਤੁਸੀਂ ਕੱਲ ਵੀ ਕੋਈ ਕੀਤੀ ਹੈ। और हरियाणा में ही हूँ। देखिए, जो आज एक माहौल चल रहा है देश का, आपने कोई बीड़ा उठा लिया, आपने कोई मैसेज दे दिया कि मैं इस लड़ाई को लड़ूंगा, मैंने संत राम रहीम को ਰਾਮ ਰਹੀਮ ਕੋਲ ਇਹ ਜਿਹੀ ਕਿਹੜੀ ਤਾਕਤ ਹੈ ਜਿਹੜੇ ਉਹ ਟੈਰਰਿਸਟ ਖਤਮ ਕਰ ਦੇਗਾ? टेर- सरकार के पास कौन सी ताकत है? सरकारों ने क्या कर लिया? सरेआम खुलेआम जो है पार्लियामेंट में अटैक हो गया, 26/11 हो गया, राजीव गांधी की हत्या हो गई, इंदिरा गांधी को मार दिया गया। ਚੇਂਜ ਹੋ ਗਿਆ ਸਰ, ਟਾਈਮ ਚੇਂਜ ਹੋ ਗਿਆ। ਉਹ ਦੌਰ ਤੋਂ ਲੈ ਕੇ ਹੁਣ ਦੇ ਦੌਰ ਦੇ ਵਿੱਚ ਬਹੁਤ ਚੀਜ਼ਾਂ 'ਚ ਫਰਕ ਆ ਗਿਆ। ਲਗਾਤਾਰ ਸਰਕਾਰਾਂ ਕੋਸ਼ਿਸ਼ਾਂ ਕਰ ਰਹੀਆਂ ਨੇ, ਲਗਾਤਾਰ ਲਾਅ ਐਂਡ ਆਰਡਰ ਦੇ ਉੱਤੇ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸਟੇਟ ਗਵਰਨਮੈਂਟ ਹੋਵੇ, ਲਗਾਤਾਰ ਉਹ ਕੰਮ ਕਰ ਰਹੀ ਹੈ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕੰਮ ਸਰਕਾਰਾਂ ਦੇ ਨੇ ਉਹ ਤੁਸੀਂ ਬਾਬੇ ਦੇ ਉਹ ਮਦਦ ਲਓਗੇ? मैं कौन सी मदद ले रहा है बाबे से? मैं आपसे पूछना चाहता हूँ। ਤੁਸੀਂ ਆਪ ਹੀ ਕਹਿ ਰਹੇ ਹੋ ਨਾ ਕਿ ਮੈਂ ਰਾਮ ਰਹੀਮ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀ ਉਹ ਰਾਮ ਰਹੀਮ ਕਰੇਗਾ। राम रहीम के कार्य जो किए हैं उसने और जो कर रहे हैं, मैंने 30 साल पहले राम रहीम को गंद उठाते देखा है, उसके लाखों करोड़ों श्रद्धालुओं को। कल पूरे हरियाणा में उन्होंने 5 घंटे के अंदर हरियाणा को साफ कर दिया था, उसके लाखों लोगों ने। नंबर 3, शरीर का दान करना आसान बात नहीं है। नेत्र दान करना, लड़कियों को पढ़ाना, लड़कियों को स्पोर्ट्स में इंटरनेशनल लेवल पे खिलाना, ये डेरे के स्कूलों में होता है। अब लोगों ने एक प्रोडिक्शन बना ली, वो रेपिस्ट है, वो उसने कत्ल किया हुआ है, तो वो मामले हाई कोर्ट में सब ਨਹੀਂ, ਇਹ ਜੱਜਮੈਂਟ ਹੈ। ਇਹ ਪ੍ਰੈਡਿਕਸ਼ਨ ਤਾਂ ਬਣਦੀ ਹੁੰਦੀ ਹੈ ਜੇ ਹਵਾ 'ਚ ਗੱਲਾਂ ਹੋਣ, ਜਾਂ ਜੱਜਮੈਂਟ ਆ ਜੇ ਤਾਂ ਉਹ ਚੀਜ਼ਾਂ ਫਿਰ ਲੋਕਾਂ ਨੂੰ ਮੰਨਣੀ ਪੈਂਦੀ ਹੈ ਅੰਟਿਲ ਅਨਲੈਸ ਜੋ ਹਾਈ ਕੋਰਟ ਤੋਂ ਖਾਰਜ ਨਾ ਹੋਵੇ। जजमेंट आ गई, जजमेंट होगी, हाई कोर्ट में पेंडिंग है, उसको लेके हम कोई बात नहीं करते। मेरा राइट है, मुझे फ्रीडम ऑफ स्पीच है, देश का संविधान। अब लोग उसकी, आज मैंने दिल्ली गुरुद्वारा प्रबंधक कमेटी के प्रधान हरमीत सिंह का बयान पढ़ा, उन्होंने एक चिट्ठी लिखी हरियाणा के मुख्यमंत्री को कि उसकी पैरोल जो है रद्द की जाए। किस खुशी में की जाए? आपने बंदी सिखों की बात की, मैं बंदी सिखों के क्या लट के तरह खड़ा हूँ, मेरा एंटी टेररिज्म खड़ा है, लेकिन वो बंदी सिख जो है अतवादी ना हो, वो दविंदर सिंह भुल्लर ना हो, वो जगतार सिंह हवारा ना हो, परमजीत सिंह प्योरा ना हो, वो आतंकवादी ना हो, राजोवाणा ना हो। वो आम अगर किसी का गांव में मर्डर होगा, किसी राह चलते किसी का क्राइम हो गया, वो उन बंदी सिंहों को रिहा किया जाए। इनको टिल डेथ ये जेल में बैठ के ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਨਾ ਜਿਹੜੇ ਹੋਰ ਬੰਦੀ ਸਿੱਖ ਨੇ। ਜੇ ਆਪਾਂ ਗੱਲ ਕਰ ਲਈ ਇਹਨਾਂ ਦੀ ਤਾਂ ਪੈਰੋਲ ਦਾ ਹੱਕ ਤਾਂ ਇਹਨਾਂ ਨੂੰ ਵੀ ਹੈ। ਜਿਹੜੇ ਰਾਮ ਰਹੀਮ ਨੂੰ ਪੈਰੋਲ 5 ਵਾਰ ਦੇ ਦਿੱਤੀ, ਕਿ ਇਹਨਾਂ ਨੂੰ ਪੈਰੋਲ ਦਾ ਹੱਕ ਨਹੀਂ ਹੈ ਕਿ ਇਹ ਬਾਹਰ ਨਹੀਂ ਆਣੇ ਚਾਹੀਦੇ? आप इन अतवादियों को छोड़ के यहाँ पंजाब का क्या कल्चर है, मुट्ठी भर कट्टरपंथी। ਹੁਣ ਇਹ ਵੀ ਤੁਹਾਡੀ ਪਰਸੈਪਸ਼ਨ ਹੈ, ਤੁਸੀਂ ਅੱਤਵਾਦੀ ਕਹਿ ਰਹੇ ਹੋ। ਪੰਜਾਬ 'ਚ ਉਹਨਾਂ ਨੂੰ ਹੀ ਯੋਧੇ ਕਿਹਾ ਜਾਂਦਾ ਹੈ, ਪੰਜਾਬ 'ਚ ਉਹਨਾਂ ਨੂੰ ਹੀ ਉਹ ਲੋਕ ਜੋ ਹੈ ਉਹ ਰਿਸਪੈਕਟ ਦਿੰਦੇ ਨੇ। इंटरव्यू ले रहे हो, ਤੁਸੀਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹੋ? ਤੁਸੀਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹੋ? ਹੈ ਹੀ ਨਹੀਂ ਹੈ ਤੇ ਕਿਉਂ ਮੰਨਾਂਗੇ ਉਹਨਾਂ ਨੂੰ? आप कह रहे हैं लोगों की, वो कौन लोग हैं? वो लोग हैं मुट्ठी भर लोग, वो लोग हैं खालिस्तान नहीं, वो लोग हैं ISI के लोग। ਉਹਨਾਂ ਨੂੰ ਹੱਕ ਹੈ ਨਾ, ਇਹ ਸੁਪਰੀਮ ਕੋਰਟ ਨੇ ਦਿੱਤਾ ਹੋਇਆ ਖਾਲਿਸਤਾਨ ਦੀ ਜੇ ਮੰਗ ਹੈਗੀ ਹੈ, ਕੋਈ ਗਲਤ ਤਾਂ ਨਹੀਂ ਨਾ, ਹੱਕ ਤਾਂ ਹੈ ਨਾ ਉਹਨਾਂ ਨੂੰ, ਉਹ ਕਰ ਸਕਦੇ ਨੇ ਉਹ ਮੰਗ। खुलेआम आए ना, तिरंगे के खिलाफ खुलेआम आए, शहीदों के खिलाफ खुलेआम आए। मुझे जो खालिस्तान लाने वाले लोग ਪਰ ਉਹ ਕਰ ਰਹੇ ਤੁਸੀਂ ਇਹ ਕੋ ਕਹਿ ਰਹੇ ਹੋ ਕਿ ਖੁੱਲੇ ਆਮਾਨ, ਜਿਵੇਂ ਵੀ ਉਹ ਕਰ ਰਹੇ ਨੇ, ਭਾਵੇਂ ਪੀਸਫੁਲੀ ਕਰ ਰਹੇ ਨੇ, ਜਿਸ ਮਰਜ਼ੀ ਤਰੀਕੇ ਨਾਲ ਕਰ ਰਹੇ ਨੇ, ਉਹਨੂੰ ਕਰ ਲੈਣ ਦਿਓ। ਜੇ ਉਹਨਾਂ ਦੀ ਮਰਜ਼ੀ ਹੈ, ਜੇ ਉਹ ਖਾਲਿਸਤਾਨ ਦੀ ਮੰਗ ਕਰਦੇ ਉਹਨਾਂ ਨੂੰ ਉਹ ਕਰ ਲੈਣ ਦਿਓ, ਸੈਪਰੇਟ ਗੱਲ ਹੈ। ਜੇ ਬਹੁਤੀ ਗੱਲ ਹੈ ਤਾਂ ਸੁਪਰੀਮ ਕੋਰਟ ਦੀ ਜੇ ਡਾਇਰੈਕਸ਼ਨਸ ਹੈ ਉਸ ਦੇ ਖਿਲਾਫ ਜੇਕਰ ਕੁਝ ਕਰਦੇ ਨੇ ਤਾਂ ਫਿਰ ਪੁਲਿਸ ਕੋਲ ਵੀ ਹੱਕ ਹੈਗਾ, ਉਹਨਾਂ ਦੇ ਉੱਤੇ ਪਰਚਾ ਹੋ ਸਕਦਾ ਹੈ। ਗੱਲ ਇਹ ਹੈ ਕਿ ਦੋਹਰੇ ਮਾਪਦੰਡ ਕਿਉਂ? ਜੇ ਇੱਕ ਪਾਸੇ ਬਲਾਤਕਾਰ ਕਾਤਲ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਫਿਰ ਦਿੱਤੀ ਜਾ ਰਹੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਲੀਆਂ ਔਰ ਜਿਹੜੇ ਕਦੀ ਪੈਰੋਲ ਦੇ ਉੱਤੇ ਬਾਹਰ ਵੀ ਨਹੀਂ ਆਏ? संत गुरमीत राम रहीम ने कोई 70 फुट की सुरंग नहीं खोदी, संत गुरमीत राम रहीम ने जेल ब्रेक नहीं की, संत गुरमीत राम रहीम ने एक चीफ मिनिस्टर कॉन्स्टिट्यूशनल पोस्ट होल्ड करने वाले मुख्यमंत्री की हत्या नहीं की। संत गुरमीत राम रहीम, ਕੁੜੀਆਂ ਦਾ ਬਲਾਤਕਾਰ ਵੀ ਉਨਾ ਹੀ ਬਰਾबर ਹੁੰਦਾ ਹੈ जी। वो आप एक बार जजमेंट गॉन थ्रू हो, आप जजमेंट पढ़ो, जजमेंट के अंदर कोई ऐसी एविडेंस नहीं है जिस तरह की ये चीज़ आई हो। आपने उससे पहले कहा कि वहाँ फिर जज साहब ने की गलत जजमेंट देती है? गलत जजमेंट, मैंने आपको क्या कहा कि गलत जजमेंट दी जाती हैं, वही बदलती हैं हाई कोर्ट में और सुप्रीम कोर्ट में कि नहीं? ਕਿਵੇਂ ਬਦਲਦੀ ਉਹ ਵੀ ਤੁਹਾਨੂੰ ਪਤਾ ਨਾ, ਪਿੱਛੇ ਪੋਲੀਟੀਕਲ ਪ੍ਰੈਸ਼ਰ ਹੋਵੇ ਕਿਵੇਂ ਬਦਲ ਜਾਂਦੀ ਹੈ ਰਾਤੋਂ ਰਾਤ ਇੱਥੇ ਅਦਾਲਤਾਂ ਖੁੱਲ ਜਾਂਦੀਆਂ ਮਹਾਰਾਜ।
देखिए, ये जो आपका आरोप जुडिशरी के ऊपर है, ये आपका निजी ਤੁਸੀਂ ਕਹਿ ਰਹੇ ਹੋ ਨਾ ਕਿ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਜਜਮੈਂਟ ਬਦਲ ਜਾਂਦੀਆਂ ਨੇ क्या बात कर दी। हाई कोर्ट और सुप्रीम कोर्ट सुनते हैं, बदलते हैं। कैसे, किसने कहा आपको? बदलते हैं, सुनते हैं। हाई कोर्ट में जजमेंटें रिवल्ट होती हैं। ਇਲਜ਼ਾਮ ਇਹ ਲੱਗਦੇ ਆ ਨਾ ਕਿ ਪੋਲੀਟੀਕਲ ਪ੍ਰੈਸ਼ਰਾਂ ਦੇ ਚੱਲਦੇ ਹੋਏ ਬਦਲਦੀਆਂ ਨੇ जुडिशरी के ऊपर मैंने नहीं देखा जी। जुडिशरी के लैंडमार्क फैसले हैं। इलाहाबाद हाई कोर्ट के चीफ जस्टिस होते थे एन मुल्ला, उन्होंने पुलिस को लेकर एक फैसला दिया था कि जो FIR है और जो पुलिस डिपार्टमेंट है, ਆਪਕਾ ਚੀਫ ਜਸਟਿਸ ਉਹਨਾਂ ਨੂੰ ਇਹ ਕਿਉਂ ਕਹਿਣਾ ਪਿਆ ਕਿ ਜੁਡੀਸ਼ਰੀ ਹੁਣ ਸਾਡੀ ਖਤਰੇ ਦੇ ਵਿੱਚ ਹੈ, ਜੁਡੀਸ਼ਰੀ ਹੀ ਜਿਹੜੀ ਹੈ ਸਾਡੀ ਉਹ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ। आज देखिए, हर आदमी का एक व्यूज है, हर आदमी की एक सोच है, हर आदमी का तर्क वितर्क करने का तरीका है। फ्रीडम ऑफ स्पीच जज को भी है, लेकिन वो लक्ष्मण रेखा में है। आज किरण रिजिजू जो देश का कानून मंत्री है, आप उनका बयान पढ़िए। उन्होंने कहा कि अगर हम आज अच्छा काम नहीं कर रहे हो, कल को जनता हमें बदल सकती है और हमें विपक्ष में बैठ देगी सरकार के अंदर सरकार। लेकिन जुडिशरी अगर कोई गलत काम करती है तो वो विपक्ष में नहीं बैठ सकती, उसको निकाला नहीं जा सकता। इस बात का रिजिजू, किरण रिजिजू का ये तर्क कितना इंपॉर्टेंट तर्क है, ये बड़ा इंपॉर्टेंट तर्क है। लेकिन जो भी न्यायपालिका है, जो भी जजेज हैं, ये इनको देखो टेम्पल ऑफ जस्टिस का हिस्सा है। अगर सेशन जज ਪੂਰੇ ਦੇਸ਼ ਦੇ ਵਿੱਚ ਹੋਰ ਕੋਈ ਲੋਕ ਨਜ਼ਰ ਹੀ ਨਹੀਂ ਆਏ, ਹਰਿਆਣੇ ਦੇ ਵਿੱਚ ਕੋਈ ਹੋਰ ਲੋਕ ਨਜ਼ਰ ਨਹੀਂ ਆਏ, ਪੰਜਾਬ 'ਚ ਕੋਈ ਹੋਰ ਲੋਕ ਨਜ਼ਰ ਨਹੀਂ ਆਏ ਜਿਨ੍ਹਾਂ ਨੂੰ ਲੱਗਦਾ ਕਿ ਭਾਰਤ ਰਤਨ ਦੇ ਦੇਣਾ ਚਾਹੀਦਾ ਹੈ। ਸਿਰਫ ਰਾਮ ਰਹੀਮ ਦੇ ਉੱਤੇ ਹੀ ਜਾ ਕੇ ਤੁਹਾਡੀਆਂ ਨਿਗਾਹਾਂ ਕਿਉਂ ਟਿਕੀਆਂ ਨੇ? ਫਿਰ ਤਾਂ ਤੁਸੀਂ ਕੱਲ ਨੂੰ ਕਹੋਗੇ ਰਾਮਪਾਲ ਨੂੰ ਵੀ ਤੁਸੀਂ ਭਾਰਤ ਰਤਨ ਦੇ ਦਿਓ, ਆਸਾਰਾਮ ਨੂੰ ਵੀ ਭਾਰਤ ਰਤਨ ਦੇ ਦਿਓ, ਤਾਂ ਤੁਸੀਂ ਤਾਂ ਐਵੇਂ ਸਾਰੇ ਜਿਹੜੇ ਕ੍ਰਿਮੀਨਲਸ ਨੇ ਇਸ ਵੇਲੇ ਸਜ਼ਾਵਾਂ ਕੱਟ ਰਹੇ ਨੇ, ਤੁਸੀਂ ਸਾਰਿਆਂ ਨੂੰ ਭਾਰਤ ਰਤਨ ਦਵਾ ਦੋਗੇ। आप रामपाल का, आप आसाराम बापू का एक काम गिनवा दो जो आम आदमी के भले में हो। संत गुरमीत राम रहीम ਉਹਨਾਂ ਦੇ ਫਾਲੋਅਰਸ ਤਾਂ ਕਹਿੰਦੇ ਨੇ ਨਾ, ਉਹਨਾਂ ਦੇ ਫਾਲੋਅਰਸ ਕਹਿੰਦੇ ਨੇ ਕਿ ਸਾਡੇ हाँ। गिनीज बुक में बाबा राम रहीम का नाम है। राम रहीम ने जब भुज में गुजरात में गांव के गांव तबाह हो गए भूकंप से, तो वहां जाके गांव गोद लिए और उन गांवों को दोबारा बसाया। खून दिया, फौजियों को खून दे रहे हैं जो हमारी रक्षा कर रहे हैं, आंखें दान दे रहे हैं, खून दान दे रहे हैं, रक्त दान कर रहे हैं, और वेश्याओं को अपने जो है बेटी बना के विदा कर रहे हैं। कोई ये जो ਪਿੱਛੇ ਕੰਮ ਹੋ ਰਹੇ ਨੇ ਉਹਨਾਂ ਦੇ ਬਾਰੇ ਵੀ ਬੋਲੋ ਨਾ। ਫਿਰ ਜਿਹੜੇ ਪਰਦੇ ਦੇ ਪਿੱਛੇ ਕੰਮ ਹੋਏ, ਇਹ ਸਾਰੀਆਂ ਚੀਜ਼ਾਂ ਅਸੀਂ ਮੰਨ ਲੈਂਦੇ ਆ ਕਿ ਕੀਤਾ, ਰਾਮ ਰਹੀਮ ਨੇ ਸਾਰਾ ਕੁਝ ਕਰ ਦਿੱਤਾ, ਪਰ ਜਿਹੜੀ ਪਰਦੇ ਦੇ ਪਿੱਛੇ ਚੀਜ਼ਾਂ ਹੋਈਆਂ, ਜੋ ਇਲਜ਼ਾਮ ਲੱਗੇ, ਜੋ ਜਜਮੈਂਟ ਆਈ, ਉਹਦੇ ਬਾਰੇ ਕੀ ਬੋਲੂ? देखिए, पर्दे के पीछे कुछ नहीं है। जो बड़ा, जो नाम वाला आदमी, जो इज्जतदार वाला आदमी, जो समाज के लिए अच्छा काम कर रहा है, जो समाज को जोड़ने का काम कर रहा है, जो हिंदू सिख भाईचारे को जोड़ने का काम कर रहा है, जो समाज की एक ਸਿੱਖ ਭਾਈਚਾਰੇ 'ਚ ਕਿੱਥੇ ਜੋੜਨ ਦੀ ਗੱਲ ਕਰ ਰਹੇ ਹੋ? ਉਹਨਾਂ ਦੇ ਵੱਲੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਹੀ ਪਾ ਲਿੱਤੀ ਗਈ ਸੀ। ਇਹ ਜੋੜਨਾ ਹੋਇਆ ਕਿ ਇਹ ਤੋੜਨਾ ਹੋਇਆ ਜਾਂ ਮਾਹੌਲ ਖਰਾਬ ਕਰਨਾ ਹੋਇਆ? नहीं। मुझे आप एक बात बताइए, ये चल के आया कोई बॉम्बे से, जिसकी रोज इंटरव्यू चल रही है, क्रिश्चियन था जो, ये आज विक्की थॉमस, विक्की थॉमस ये आज बात कर रहा है पिंडरा वाले की, जरनैल सिंह पिंडरा वाले की। ये दूसरा अमृतपाल पैदा होगा जो दूसरा पिंडरा वाले के राह पे चल रहा है, भाई हथियार उठा लो। ये क्या है? ये कौन सा कल्चर है? ਕਰ ਰਹੀ ਹੈ ਗਵਰਨਮੈਂਟ ਡੀਲ ਕਰ ਰਹੀ ਹੈ, ਪੁਲਿਸ ਡੀਲ ਕਰ ਰਹੀ ਹੈ। ਉਹਦੇ ਨਾਲ ਦੇ ਸਾਥੀ ਦੇ ਪਰਚਾ ਹੋ ਗਿਆ, ਵਿੱਕੀ ਥਾਮਸ ਨੇ ਉੱਥੇ ਅੰਮ੍ਰਿਤਸਰ ਦੇ ਵਿੱਚ ਲੜਾਈ ਕੀਤੀ, ਉਹਦੇ ਪਰਚਾ ਹੋ ਗਿਆ। ਤਾਂ ਡੀਲ ਕਰ ਰਹੀ ਹੈ ਆਪਣੇ ਤਰੀਕੇ ਨਾਲ। नहीं नहीं हुई जी। हमारे पंजाबी समाज कहाँ है, सरकार कहाँ है, कौन है? हुई जी विक्की थॉमस कौन है, कहाँ से आया है, इसकी क्या प्रीवियस? ਸਵਾਲ ਖੜੇ ਕਰਨ ਵਾਲੇ ਤਾਂ ਇਹ ਵੀ ਖੜੇ ਕਰ ਰਹੇ ਨੇ। ਆ ਬਗੇਸ਼ਵਰ ਧਾਮ ਵਾਲਾ ਧਿਰਿੰਦਰ ਸ਼ਾਸਤਰੀ ਕੌਣ ਹੈ? ਕਹਿੰਦੇ ਇਹ ਕਿੱਥੋਂ ਆ ਗਿਆ? नहीं, बगेश्वर धाम के जो बगेश्वर धाम का जो धीरेन्द्र शास्त्री हैं, उन्होंने कभी अपने आप को क्लेम नहीं किया मैं देवी हूँ, देवता हूँ, भगवान हूँ। उन्होंने कहा कि मैं यहाँ सेवा कर रहा हूँ, 8 साल का था जब से सेवा कर रहा हूँ। ਕਹਿੰਦੇ ਮੈਂ ਚਮਤਕਾਰ ਕਰਦਾ। वो कहता है कि मुझे वहाँ हनुमान जी, देखिए हमारे सनातन संस्कृति में, ਕਹਿੰਦੇ ਮੇਰਾ ਸਾਥ ਦੋ, ਮੈਂ ਹਿੰਦੂ ਰਾਸ਼ਟਰ ਬਣਾ ਦੂੰਗਾ। ਕੀ ਇਹ ਸਟੇਟਮੈਂਟ ਠੀਕ ਹੈ? ਕੀ ਇਹ ਸਟੇਟਮੈਂਟ ਠੀਕ ਹੈ ਹਿੰਦੂ ਰਾਸ਼ਟਰ ਬਣਾਉਣ ਵਾਲੀ? ਅੰਮ੍ਰਿਤਪਾਲ ਹੋਣੀ ਜੇ ਖਾਲਿਸਤਾਨ ਦੀ ਮੰਗ ਕਰਦੇ, ਵਿੱਕੀ ਥਾਮਸ ਖਾਲਸੇ ਦੀ ਗੱਲ ਕਰਦੇ ਆ, ਉਹ ਗਲਤ ਹੈ। ਜੇ ਬਗੇਸ਼ਵਰ ਧਾਮ ਵਾਲਾ ਧਿਰਿੰਦਰ ਤਿਵਾਰੀ ਸ਼ਾਸਤਰੀ ਜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰੇ, ਕੀ ਇਹ ਠੀਕ ਹੈ? नहीं नहीं नहीं, हिंदुस्तान हिंदू इस राशि तो है। जो हिंदू और सिख हैं वो तो कुछ कट्टरपंथियों ने उनको सिख बना दिया। हिंदू सिख भाईचारा एक है, और मुसलमान हमारी पैरोल पे रह रहे हैं। हम 1947 में क्या हुआ था भाई, मुसलमान जो वहाँ जाना चाहते हैं, हमारे हिंदुस्तान में अगर मुसलमानों को हमने रखा है, हमारी सरकारों ने रखा है, तो हमारा हिंदुस्तान का बड़ा जिगरा है, बड़ा दिल है, इसलिए रखा है। और हिंदुस्तान हिंदू राष्ट्र था, हिंदू राष्ट्र रहेगा। लेकिन जो ये खालिस्तान बनाने की बात करते हैं, अमृतपाल या उससे पहले जरनैल सिंह भिंडरावाला, ये यही बता दें मुझे, ये जो है हेमकुंड साहब पंजाब में कैसे आ जाएगा? ये बता दे पटना साहब कैसे आ जाएगा? ये बता दे नंदेड़ साहब कैसे आ जाएगा? बता दे। ऐसे इतने पवित्र हजारों गुरु, अभी मैं पटना साहब में शीश नवाने गया है, एक भी सिंगल जरनैल सिंह भिंडरा वाले की फोटो नहीं थी। जब 10वें गुरु ने, 9वें गुरु ने मेरे तिलक की रक्षा की, मैं ब्राह्मण हूँ,
मैं गर्व फक्र से कहता हूँ मेरे जनेऊ की रक्षा की। और 9वें गुरु ने अपना शीश दे दिया, 10वें गुरु ने 2 अपने सुपुत्र साहबजादे मैदाना में शहीद करवा दिया और 2 सरहद की दीवारों में। मैं उनकी शहादत को प्रणाम करता हूँ। मैं किसी भी सिख के कहने से अपनी गर्दन दे सकता हूँ, लेकिन अगर विक्की थॉमस जैसे लोग उसको फॉलो कर रहे हैं, सिख समाज उनके ऊपर कहने से चलेगा, उनको सिर्फ हवा दी जा रही है कट्टरपंथियों को। मेरे लिए हिंदू और सिख एक सिक्के के 2 पहलू हैं। हमारे घर में आज भी एक सिख सजाया जाता है। मैं जिस स्टेट से बिलोंग करता हूँ उसमें एक गाँव है केल, उस गाँव में मैक्सिमम बणिए सिख हैं। तो हिंदू सिख अलग नहीं है, हिंदू सिख हिंदुस्तान का हिस्सा है। ਬਿਲਕੁਲ ਤੁਸੀਂ ਸੋਹਣੀ ਗੱਲ ਕੀਤੀ ਹੈ, ਜਿਹੜੀ ਚੰਗੀ ਗੱਲ ਹੈ ਉਹਦੀ ਤਾਰੀਫ ਕਰਨੀ ਵੀ ਬਣਦੀ ਹੈ। ਤੁਸੀਂ ਵਧੀਆ ਐਗਜ਼ਾਮਪਲਾਂ ਦਿੱਤੀਆਂ, ਵਧੀਆ ਗੱਲ ਕੀਤੀ ਹੈ। ਅਖੀਰ ਦੇ ਵਿੱਚ ਕਿਉਂਕਿ ਗੱਲ ਰਾਮ ਰਹੀਮ ਤੋਂ ਸ਼ੁਰੂ ਹੋਈ ਸੀ, ਰਾਮ ਰਹੀਮ ਤੋਂ ਹੀ ਮੈਂ ਖਤਮ ਕਰਨਾ ਚਾਹੁੰਦਾ। ਤੁਹਾਨੂੰ ਲੱਗਦਾ ਹੈ ਕਿ ਰਾਮ ਰਹੀਮ ਦੋਸ਼ੀ ਨਹੀਂ ਹੈ? ਤੁਹਾਨੂੰ ਲੱਗਦਾ ਹੈ ਕਿ ਉਹ ਬਾਬਾ ਹੈ ਔਰ ਉਹ ਵਧੀਆ ਕੰਮ ਕਰ ਰਿਹਾ ਹੈ? ਤੁਹਾਨੂੰ ਲੱਗਦਾ ਹੈ ਕਿ ਉਹਨਾਂ ਰਾਮ ਰਹੀਮ ਦੇ ਕੋਲ ਤੁਸੀਂ ਆਪਣਾ ਔਰ ਆਪਣੇ ਪਰਿਵਾਰ ਨੂੰ ਸੇਫ ਮੰਨਦੇ ਹੋ ਕਿ ਉੱਥੇ ਜਾ ਕੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕ ਸਕਦੇ ਹੋ, ਉੱਥੇ ਜਾ ਕੇ ਨਤਮਸਤਕ ਹੋ ਸਕਦੇ ਹੋ, ਆਪਣੇ ਪਰਿਵਾਰ ਨੂੰ ਉੱਥੇ ਛੱਡ ਸਕਦੇ ਹੋ? ਇਹ ਸਵਾਲ ਬਹੁਤ ਖੜੇ ਹੋਏ। देखो, पहले तो मैं आपके चैनल के माध्यम से एक मेरी बात रह गई थी। आपका चैनल बहुत लोग देखते हैं, करोड़ों लोग देखते हैं आपको। जरनैल सिंह भिंडरांवाले के पहले तो मैं पंजाब के मुख्यमंत्री से अपील करूंगा, अकाल तख्त से अपील करूंगा कि 10वें गुरु ने कहा था सब सिखन को हुक्म है गुरु मानो ग्रंथ, गुरु ग्रंथ जी मानियो प्रगट गुरां दी दे। जब गुरु ग्रंथ साहब का जहाँ प्रकाश हो गया वहाँ कोई फोटो नहीं होनी चाहिए। गुरुद्वारे के अंदर एंटर करते ही डुड्डी में जहाँ प्रकाश अंदर हो रहा है ग्रंथ साहब का, पहले जरनैल सिंह भिंडरांवाला मत्थे लगता है। जरनैल सिंह भिंडरा की फोटो लगाने का मतलब क्या, वो उसकी बाणी, क्या भिंडरांवाले की बाणी कहीं दर्ज है? क्या 11वां गुरु है भिंडरांवाला? मुझे पंजाब के चीफ मिनिस्टर बताएं। इस भिंडरांवाले ने, इस जरनैल सिंह भिंडरांवाले ने पंजाब के सिख, जो हिंदू सिख भाईचारे को मजबूर, तो मैं कट्टरपंथी तो नहीं, इसने 90 हमारे जवान सेना के गैल मुकाबला करके मौत के घाट उतारे। 9वें गुरु ने बताओ कौन से गुरुद्वारे की शरण ली, 10वें गुरु ने बताओ कौन से गुरु की शरण ली। इसने जरनैल सिंह भिंडरांवाले ने गुरुद्वारे की दरबार साहब की पवित्रता भंग कर दी, जो जिसकी नींव मियाँ मीर ने रखी थी। और मैं और बताना चाहता हूँ, यही ਅਟੈਕ ਤਾਂ ਸਰਕਾਰ ਨੇ ਕਰਾਇਆ ਸੀ ਨਾ, ਅਟੈਕ ਤਾਂ ਇੰਦਰਾ ਗਾਂਧੀ ਨੇ ਕਰਾਇਆ ਸੀ ਨਾ। अटैक ਪਵਿੱਤਰਤਾ ਭੰਗ ਕਿਸ ਤਰੀਕੇ ਨਾਲ ਹੁੰਦੀ ਹੈ? ਪਵਿੱਤਰਤਾ ਭੰਗ ਜਦੋਂ ਟੈਂਕ ਵੜੇ ਉਹ ਭੰਗ ਹੋ ਗਈ, ਜਾਂ ਉੱਥੇ ਕੋਈ ਲੋਕ ਬੈਠੇ ਹੋਏ ਜਿਨ੍ਹਾਂ ਦੇ ਉੱਤੇ ਅਤਿਆਚਾਰ ਹੋਇਆ, ਉਹਨਾਂ ਦੇ ਉੱਤੇ ਅਟੈਕ ਹੋਇਆ, ਉੱਥੇ ਲਾਸ਼ਾਂ ਵਿਛੀਆਂ, ਉੱਥੇ ਸਿੱਖਾਂ ਨੂੰ ਮਾਰਿਆ ਗਿਆ? ਕਿ ਪਵਿੱਤਰਤਾ ਭੰਗ ਉਵੇਂ ਹੁੰਦੀ ਹੈ ਜਦੋਂ ਸਮੁੰਦਰ ਦੇ ਵਿੱਚ ਲਾਸ਼ਾਂ ਤੈਰ? आप गलत बात कर रहे हो। आपको इतिहास का ज्ञान नहीं है। पहले भिंडरांवाला ने वहाँ की शरण ली, फिर उन्होंने उसके ऊपर अटैक, उन्होंने बड़ी कोशिशें करी तू बाहर आ जा। अगर भिंडरांवाला गुरु से प्यार करने वाला होता, 10 गुरु ਤਰੀਕੇ ਹੋਰ ਵੀ ਬਹੁਤ ਹੁੰਦੇ ਨੇ, ਤਰੀਕੇ ਹੋਰ ਵੀ ਬਹੁਤ ਹੁੰਦੇ ਨੇ ਬਾਹਰ ਕੱਢਣ ਦੇ। पहले मैं पंजाबियों से पूछना चाहता हूँ, क्या दरबार ਚਲਾਉਣੇ ਕੀ ਠੀਕ ਹੁੰਦੇ ਨੇ? दरबार साहब की शरण लेनी चाहिए थी भिंडरांवाले को? और हमारे 10वें गुरुओं ने किसने ली? 9वें गुरु ने कहाँ ली? 10वें गुरु ने अपना सब कुछ बांट दिया। आप मुझे अब कहो, आप बिंगे सिख में बात कर रहे हैं कि अभी गुरु साहब के नाम से सिर देना है, मैं अभी सिर दे दूंगा। तो मैं प्रो पंजाब टीवी के माध्यम से अपील करता हूं कि आप भिंडरांवाले को छोड़ के हिंदू सिख भाईचारे की ओर बढ़ें, इस पंजाब को मजबूत करें, खालिस्तान की बात ना करें। ना खालिस्तान था, ना खालिस्तान बनेगा। और ਤੁਸੀਂ ਉਹਨਾਂ ਬੰਦਿਆਂ ਦੀ ਗੱਲ ਕਰ ਰਹੇ ਹੋ ਨਾ ਜਿਨ੍ਹਾਂ ਦੇ ਨਾਲ ਭਾਵਨਾਵਾਂ ਸਿੱਖਾਂ ਦੀ ਆਹਤ ਹੁੰਦੀਆਂ ਨੇ, ਤੁਸੀਂ ਤਾਂ ਉਹਨਾਂ ਨੂੰ ਭਾਰਤ ਰਤਨ ਦੇਣ ਦੀ ਗੱਲ ਕਰ ਰਹੇ ਹੋ। देखो, ਅੱਜ ਗੱਲ ਕਰਦੇ ਆਪਾਂ ਸਾਂਝੀਵਾਲਤਾ ਦੀ ਗੱਲ ਕਰ ਰਹੇ ਹੋ, ਤੁਸੀਂ ਸਿੱਖ ਭਾਈਚਾਰੇ ਦੀ ਗੱਲ ਕਰ ਰਹੇ ਹੋ, ਤੁਸੀਂ ਉਹ ਬੰਦੇ ਦੀ ਗੱਲ ਕਰ ਰਹੇ ਹੋ ਜਿਸ ਦੇ ਨਾਲ ਸਿੱਖਾਂ ਦੀ ਭਾਵਨਾਵਾਂ ਅਜੇ ਵੀ ਆਹਤ ਹੁੰਦੀਆਂ ਨੇ। नहीं कोई कौन, आप इसको डाइवर्ट कर रहे हो अपने इंटरव्यू को। जो ਤੁਸੀਂ ਡਾਇਵਰਟ ਕਰਕੇ ਪਿੰਡਾਂ ਦੇ ਉੱਤੇ ਲੈ ਕੇ ਆਏ ਹੋ। ਗੱਲ ਆਪਣੀ ਰਾਮ ਰਹੀਮ ਤੋਂ ਸ਼ੁਰੂ ਹੋਈ ਸੀ, ਰਾਮ ਰਹੀਮ ਤੇ ਮੈਂ ਖਤਮ ਕਰਨਾ ਚਾਹੁੰਦਾ। ਮੈਂ ਚਲੋ ਉਹ ਵੀ ਗੱਲ ਛੱਡ ਦਿੰਦਾ ਤੁਹਾਡੀ, ਤੁਹਾਨੂੰ ਇਹ ਵੀ ਸਵਾਲ ਨਹੀਂ ਪੁੱਛਦਾ। ਮੈਂ ਜੋ ਸਵਾਲ ਪਹਿਲਾਂ ਪੁੱਛਿਆ ਸੀ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਆਪਣਾ ਪਰਿਵਾਰ ਰਾਮ ਰਹੀਮ ਕੋਲ ਭੇਜ ਸਕਦੇ ਹੋ? मैं अपनी बात को ये कह के समअप करता हूँ कि संत राम रहीम जो है, गुरमीत राम रहीम, वो एक नेक इंसान है। उसकी इंसानियत के कामों को मैं सिर झुकाता हूँ, उसको भारत रत्न देने की बात करता हूँ। वो एक अवतार है, वो एक अवतार रहेगा। ਤੁਸੀਂ ਆਪਣਾ ਪਰਿਵਾਰ ਭੇਜ ਸਕਦੇ ਹੋ ਸ਼ਾਂਡਲਿਆ ਜੀ? अगर मुझे गुरमीत राम रहीम कहीं बुलाएगा, किसी सत्संग में बुलाएगा, और ऐसी जगह मैं किसी सत्संग में उसके नहीं जाऊंगा, लेकिन वो कहेगा कि वैश्याओं के ब्याह करवा रहा हूँ, वहाँ अपने बच्चों को ਜਵਾਬ ਨਹੀਂ ਦੇ ਰਹੇ ਤੁਸੀਂ, ਪਰਿਵਾਰ ਭੇਜੋਗੇ ਆਪਣਾ? मैंने क्या कहा, अगर मैं सत्संग में किसी के नहीं जाता, मैंने आपको क्या कहा, मैं पटना साहब गया, शीश नवा के आया। ਗੱਲ ਘੁਮਾਈ ਜਾ ਰਿਹਾ, ਮੈਂ ਪੁੱਛ ਰਿਹਾ ਪਰਿਵਾਰ ਭੇਜੋਗੇ ਆਪਣਾ ਉੱਥੇ ਕਿ ਨਹੀਂ? अगर कोई वहाँ पे वैश्याओं की शादी होगी, वहाँ ब्लड कैंप होगा, मैं अपने परिवार के साथ जाऊँगा। मैं जाऊँगा, 100% जाऊँगा। और जो लोग उसको कट्टरपंथियों ने तो उसको करनाल में बम से उड़ाने की कोशिश करी, ये देश के खिलाफ जो साजिशें हैं। आप मुझे एक बात बताओ, जो पंजाब, आप जगतार सिंह हवारा को अभी आपने कहा, मैं उसको जत्थेदार क्यों मानूं? क्योंकि आप कट्टरपंथी नहीं हैं।
आप कट्टर, आप गुरु के सच्चे सिख। ਅਕਾਲ ਤਖਤ ਦੇ ਸਾਹਿਬ ਜਥੇਦਾਰ ਕਹਿਣਗੇ ਕਿ ਇਹ ਮੰਨੋ ਤਾਂ ਅਸੀਂ ਮੰਨਾਂਗੇ ਹਾਂ ਹਾਂ अकाल तख्त ने कहा नहीं, जेल में बैठे आदमी को आतंकवादी को ਮੰਗ ਹੈ ਉਹਨਾਂ ਦੀ ਮੰਗ ਹੈ ਕਿ ਬਣਾ ਦੇਣਾ ਚਾਹੀਦਾ ਹੈ, ਰੱਖ ਦੇਣਾ ਚਾਹੀਦਾ ਹੈ। ਜੋ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਜੋ ਕਹਿਣਗੇ, ਜੋ ਹੁਕਮ ਲਾਉਣਗੇ, ਉਹ ਤਾਂ ਪੂਰੀ ਸਿੱਖ ਸੰਗਤ ਨੂੰ ਮੰਨਣਾ। ਦੇਖੋ ਜੀ ਅੱਜ ਮੈਂ ਆਪਣੀ ਗੱਲ ਨੂੰ ਵਿਰਾਮ ਲਾਉਂਦਾ ਹੋਇਆ, ਸਮਅਪ करता होया, जो संत गुरमीत राम रहीम है मैं उनका समर्थन करता हूँ। उनकी पैरोल फ्रीडम पैरोल हो, ये नहीं कि वो दिल्ली जाएं, यूपी के डेरे में रहे, वो जहाँ जिस डेरे में जाना चाहें, वो समाज में अच्छा काम कर रहे हैं। और हाई कोर्ट के जज उनकी जल्दी स्पीडी ट्रायल करें ताकि दूध का दूध और पानी का पानी समाज में सामने आ सके और वो उस तरह देश की सेवा कर सकें। और मैं वहीं देश के कट्टरपंथियों से भी अपील करूंगा कि इस मुहिम को छोड़ें कि हम खालिस्तान चाहते हैं। खालिस्तान के नाम का मतलब है आप देश के शहीदों का अपमान कर रहे हैं, देश के तिरंगे का अपमान कर रहे हैं, देश के संविधान का अपमान कर रहे हैं। और रही बात जो लोग कट्टरपंथी हों, जो लोग राम रहीम को बलात्कारी मानते हैं, वो कागजों में तो बलात्कारी है, इसमें कोई दो राय नहीं। लेकिन जो लोग आज घर के, मैं प्रो पंजाब को बताना चाहता हूँ, घर के अगर 10 दिए हैं आप 4 को सेटिस्फाइड नहीं कर सकते, 6 आपके एंटी रहते हैं, ये करोड़ों लोग कैसे लेके चल रहा है अपने साथ। तो कोई आवाज़ें खलक नकारे खुदा, जनता की आवाज़ भगवान की आवाज़ होती है। जनता की आवाज़ क्या कि सब कुछ नतमस्तक है। अदालत ਬੰਦਿਆਂ ਦੇ ਹੋਰ ਵੀ ਬੰਦਿਆਂ ਦੇ ਪਿੱਛੇ ਬਹੁਤ ਲੱਗੇ ਹੋਏ ਨੇ, ਪਰ ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਦੇ ਲਈ। ਤਾਂ ਖਾਸ ਤੌਰ ਦੇ ਉੱਤੇ ਰਾਮ ਰਹੀਮ ਨੂੰ ਦਿੱਤੀ ਹੋਈ ਪੈਰੋਲ ਦੇ ਉੱਤੇ ਚਰਚਾ ਹੋ ਰਹੀ ਸੀ ਔਰ ਨਾਲ ਹੀ ਜਿਸ ਤਰੀਕੇ ਨਾਲ ਭਾਰਤ ਰਤਨ ਦੇਣ ਦੀ ਮੰਗ ਉੱਠੀ ਹੈ ਉਸ ਦੇ ਉੱਤੇ ਗੱਲਬਾਤ ਹੋਈ ਹੈ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਤੁਸੀਂ ਆਪਣੀ ਰਾਏ ਜੋ ਹੈ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਕੈਮਰਾ ਪਰਸਨ ਸੁਮਿਤ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।